Hello students, myself Dr. Amit Juneja, lecturer economics, Shahid Balwinder Singh, Government Senior Secondary Smart School, Sabuana District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਇਸ ਲੈਕਚਰ ਦੇ ਵਿੱਚ। ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਜਿਹੜਾ ਹੈ ਉਹ ਰਾਜਕੋਸ਼ੀ ਨੀਤੀ ਡਿਸਕਸ ਕਰ ਰਹੇ ਸੀ, ਜਿੰਦੇ ਵਿੱਚ ਆਪਾਂ ਦੋ ਗੱਲਾਂ ਕੀਤੀਆਂ ਵੀ ਜਿਹੜੀ ਰਾਜਕੋਸ਼ੀ ਨੀਤੀ ਹੈ ਉਹ ਸਰਕਾਰ ਦੀ ਆਮਦਨ ਤੇ ਸਰਕਾਰ ਦੇ ਖਰਚੇ ਸੰਬੰਧੀ ਨੀਤੀ ਜਿਹੜੀ ਹੈ ਉਹ ਹੋਇਆ ਕਰਦੀ ਹੈ, ਜਿਹਨੂੰ ਆਪਾਂ ਸਰਕਾਰ ਦੇ ਖਜ਼ਾਨੇ ਸੰਬੰਧੀ ਨੀਤੀ ਵੀ ਕਹਿੰਦੇ ਆ ਜਾਂ ਆਪਾਂ ਸਰਕਾਰ ਦੀ ਬਜਟ ਸੰਬੰਧੀ ਨੀਤੀ ਵੀ ਜਿਹੜੀ ਹੈ ਉਹ ਕਹਿੰਦੇ ਆ। ਕਿਉਂਕਿ ਸਰਕਾਰ ਦੇ ਬਜਟ ਦੇ ਵਿੱਚ ਦੋ ਹੀ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਹੈ ਸਰਕਾਰ ਦੀ ਆਮਦਨ ਤੇ ਇੱਕ ਹੁੰਦਾ ਹੈ ਸਰਕਾਰ ਦਾ ਖਰਚ। ਠੀਕ ਹੈ, ਤਾਂ ਹੁਣ ਆਪਾਂ ਕੀ ਕਰਨਾ ਹੈ, ਘੱਟ ਮੰਗ ਤੇ ਵੱਧ ਮੰਗ ਨੂੰ ਠੀਕ ਕਰਨਾ ਹੈ। ਕਿਵੇਂ ਠੀਕ ਕਰਕੇ? ਰਾਜਕੋਸ਼ੀ ਨੀਤੀ ਦੀ ਵਰਤੋਂ ਕਰਕੇ, मतलब सरकार ਦੀ ਆਮਦਨ ਬਦਲ ਕੇ ਜਾਂ ਸਰਕਾਰ ਦਾ ਖਰਚਾ ਬਦਲ ਕੇ ਜਾਂ ਦੋਵਾਂ ਨੂੰ ਬਦਲ ਕੇ। ਤਾਂ ਇਸ ਤੋਂ ਪਹਿਲਾਂ ਆਪਾਂ ਇਹ ਗੱਲ ਕੀਤੀ ਸੀ ਵੀ ਆਪਾਂ ਨੂੰ ਇਹ ਪਤਾ ਤਾਂ ਹੋਵੇ ਨਾ ਵੀ ਸਰਕਾਰ ਨੂੰ ਆਮਦਨ ਕਿੱਥੋਂ ਹੁੰਦੀ ਹੈ। ਤਾਂ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਸਰਕਾਰ ਦੀ ਆਮਦਨ ਦੇ ਸਾਧਨ ਜਿਹੜੇ ਨੇ ਉਹ ਦੇਖੇ ਸੀ ਵੀ ਸਰਕਾਰ ਨੂੰ ਜਿਹੜੀ ਆਮਦਨ ਹੁੰਦੀ ਹੈ ਉਹ ਤਿੰਨ ਤਰੀਕੇ ਨਾਲ ਹੁੰਦੀ ਹੈ। ਪਹਿਲਾ ਟੈਕਸਸ ਤੋਂ ਹੁੰਦੀ ਹੈ, ਨੰਬਰ 2 ਜਿਹੜੇ ਸਰਕਾਰ ਅੰਦਰੂਨੀ ਕਰਜ਼ੇ ਲੈਂਦੀ ਹੈ ਜਾਂ ਬਾਹਰੀ ਕਰਜ਼ੇ ਲੈਂਦੀ ਹੈ ਉਥੋਂ ਹੁੰਦੀ ਹੈ, ਤੇ ਤੀਜਾ ਜਦੋਂ ਆਪਣਾ ਕੇਂਦਰੀ ਬੈਂਕ ਸਰਕਾਰ ਨੂੰ ਬਜਟ ਦੇ ਵਿੱਚ ਘਾਟਾ ਪੈਣ ਤੇ ਉਹਨੂੰ ਨਵੇਂ ਨੋਟ ਛਾਪ ਕੇ ਦਿੰਦਾ ਹੈ ਤਾਂ ਉਥੋਂ ਵੀ ਸਰਕਾਰ ਨੂੰ ਆਮਦਨ ਜਿਹੜੀ ਹੈ ਉਹ ਹੋ ਜਾਂਦੀ ਹੈ। ਹੁਣ ਇਹ ਨਾ ਸਮਝਿਆ ਜੇ ਵੀ ਰਿਜ਼ਰਵ ਬੈਂਕ ਕੋਲ ਤਾਂ ਤਾਕਤ ਹੈ, ਉਹ ਤਾਂ ਜਿੰਨੇ ਮਰਜ਼ੀ ਨੋਟ ਛਾਪ ਸਕਦਾ ਹੈ, ਤਾਂ ਜਿੰਨੇ ਮਰਜ਼ੀ ਨੋਟ ਛਾਪੀ ਜਾਵੇ ਉਹ ਤਾਂ ਸਰਕਾਰ ਨੂੰ ਬੜੀ ਆਮਦਨ ਹੋ ਜਾਏਗੀ, ਆਪਾਂ ਤਾਂ ਬੜੇ ਅਮੀਰ ਹੋ ਜਾਵਾਂਗੇ। ਐਵੇਂ ਸਰਕਾਰ ਜਿਹੜੀ ਹੈ ਜਾਂ ਕੇਂਦਰੀ ਬੈਂਕ ਜਿਹੜਾ ਨਾ ਉਹ ਨੋਟ ਨਹੀਂ ਛਾਪ ਸਕਦੇ। ਇਹ ਆਪਾਂ ਇਹਦੀ ਪੂਰੀ ਪ੍ਰਕਿਰਿਆ ਸਮਝਾਂਗੇ ਜਦੋਂ ਆਪਾਂ ਆਪਣਾ ਮੁਦਰਾ ਵਾਲਾ ਚੈਪਟਰ ਜਿਹੜਾ ਉਹ ਕਰਾਂਗੇ। ਉਹਦੇ ਵਿੱਚ ਪੂਰੇ ਤਰੀਕੇ ਨਾਲ ਤੁਹਾਨੂੰ ਇਹ ਸਮਝਾਇਆ ਜਾਏਗਾ ਵੀ ਜਦੋਂ ਵੀ ਆਪਣੀ ਸਰਕਾਰ ਜਾਂ ਆਪਣਾ ਕੇਂਦਰੀ ਬੈਂਕ ਜਿਹੜੇ ਨੇ ਉਹ ਨੋਟ ਜਾਰੀ ਕਰਦੇ ਨੇ ਜਾਂ ਸਿੱਕੇ ਜਾਰੀ ਕਰਦੇ ਨੇ, ਉਹਦੇ ਵਾਸਤੇ ਕਿਹੜੀ ਪ੍ਰੋਸੈਸ ਕਿਹੜੀ ਪ੍ਰਕਿਰਿਆ ਅਪਣਾਈ ਜਾਂਦੀ ਹੈ, ਉਹ ਪੂਰੀ ਪ੍ਰਕਿਰਿਆ ਸਮਝਾਈ ਜਾਏਗੀ। मतलब ਇਹ ਨਹੀਂ ਹੈਗਾ ਕਿ ਅਸੀਂ ਜਿੰਨੇ ਮਰਜ਼ੀ ਨੋਟ ਛਾਪੀ ਜਾਈਏ ਸਾਨੂੰ ਰੋਕਣ ਵਾਲਾ ਕੋਈ ਹੈ ਹੀ ਨਹੀਂ, ਇਸ ਤਰ੍ਹਾਂ ਬਿਲਕੁਲ ਨਹੀਂ ਹੈਗਾ। ਉਹਦੇ ਕੁਝ ਨਿਯਮ ਹੁੰਦੇ ਨੇ, ਉਹ ਕਿਹੜੇ ਨਿਯਮ ਨੇ ਉਹ ਆਪਾਂ ਆਪਣੇ ਮੁਦਰਾ ਵਾਲੇ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ। ਤਾਂ ਹੁਣ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਸਰਕਾਰ ਦੀ ਆਮਦਨ ਦੇ ਸਾਧਨ ਜਿਹੜੇ ਨੇ ਉਹ ਆਪਾਂ ਡਿਸਕਸ ਕਰ ਰਹੇ ਸੀ। ਅੱਜ ਆਪਾਂ ਗੱਲ ਕਰਨਾ ਹੈ ਸਰਕਾਰ ਦੀ ਖਰਚ ਦੇ ਸਾਧਨ ਜਿਹੜੇ ਨੇ ਉਹ, ਯਾਨੀ ਸਰਕਾਰ ਜਿਹੜਾ ਹੈ ਉਹ ਕਿੱਥੇ ਕਿੱਥੇ ਖਰਚਾ ਕਰਦੀ ਹੈ। ਆਪਾਂ ਉਹਨਾਂ ਸਾਰੇ ਖਰਚਿਆਂ ਦੀ ਗੱਲ ਜਿਹੜੀ ਹੈ ਉਹ ਅੱਜ ਦੇ ਲੈਕਚਰ ਦੇ ਵਿੱਚ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਸਰਕਾਰ ਖਰਚਾ ਕਿੱਥੇ ਕਰਦੀ ਹੈ। ਪਹਿਲਾ ਦੇਖੋ, ਸਰਕਾਰ ਦਾ ਜਿਹੜਾ ਪਹਿਲਾ ਖਰਚਾ ਹੈ ਉਹ ਹੁੰਦਾ ਹੈ ਸਰਵਜਨਕ ਕੰਮਾਂ ਤੇ। ਸਰਵਜਨਕ ਕੀ ਹੋਇਆ? ਸਰਵਜਨਕ मतलब ਸਰਕਾਰੀ ਕੰਮਾਂ ਦੇ। ਹੁਣ ਸਰਕਾਰੀ ਕੰਮਾਂ ਤੇ ਕਿਹੜਾ ਖਰਚਾ? ਦੇਖੋ, ਸਰਕਾਰ ਜਿਹੜੀ ਹੈ ਉਹ ਬੜੇ ਸਾਰੇ ਨਾ ਕੰਮ ਕਰਦੀ ਹੈ। ਜਿਵੇਂ ਸਰਕਾਰ ਦੇਖੋ ਸੜਕਾਂ ਬਣਾਉਂਦੀ ਹੈ, ਉਹਦੇ ਉੱਪਰ ਸਰਕਾਰ ਦਾ ਖਰਚਾ ਹੁੰਦਾ ਹੈ। ਸਰਕਾਰ ਜਿਹੜੀ ਹੈ ਉਹ ਪੁਲ ਬਣਾਉਂਦੀ ਹੈ, ਉਹਦੇ ਉੱਪਰ ਸਰਕਾਰ ਦਾ ਖਰਚਾ ਹੁੰਦਾ ਹੈ। ਸਰਕਾਰ ਜਿਹੜੀ ਹੈ ਉਹ ਡੈਮ ਬਣਾਉਂਦੀ ਹੈ, ਉਹਦੇ ਉੱਪਰ ਸਰਕਾਰ ਦਾ ਖਰਚਾ ਹੁੰਦਾ ਹੈ। ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਰਕਾਰ ਬਣਾਉਂਦੀ ਹੈ, ਜਿਨ੍ਹਾਂ ਉੱਪਰ ਸਰਕਾਰ ਜਿਹੜੀ ਹੈ ਉਹ ਖਰਚਾ ਕਰਦੀ ਹੈ। ਠੀਕ ਹੋ ਗਿਆ। ਤਾਂ ਪਹਿਲਾ ਜਿਹੜਾ ਸਰਕਾਰ ਦਾ ਖਰਚਾ ਹੈ ਉਹ ਸਰਵਜਨਕ ਕੰਮਾਂ ਤੇ ਹੈ। ਸਰਵਜਨਕ ਨਾਮ ਤੋਂ ਪੜ ਲੈਣਾ, ਸਰਵ ਤੇ ਜਨਕ ਦੋ ਹਿੱਸੇ ਕਰ ਲਓ। ਸਰਵ मतलब ਸਾਰੇ, ਜਨ ਕੀ ਹੁੰਦਾ ਹੈ? ਲੋਕ। ਸਾਰੇ ਲੋਕਾਂ ਦੇ ਕੰਮਾਂ ਦੇ ਲਈ ਜਿਹੜਾ ਖਰਚਾ ਜਿਹੜਾ ਉਹ ਸਰਕਾਰ ਕਰਦੀ ਹੈ, ਉਹਨੂੰ ਆਪਾਂ ਸਰਵਜਨਕ ਖਰਚੇ ਜਿਹੜਾ ਉਹ ਕਹਿ ਦਿੰਦੇ ਆ। मतलब ਸਰਕਾਰ ਸਾਰੇ ਦੇ ਸਾਰੇ ਲੋਕਾਂ ਲਈ ਖਰਚਾ ਕਰ ਰਹੀ ਹੈ। मतलब अगर कोई सड़क बनेगी तो सारे लोगों वास्ते बनेगी, अगर कोई पुल बनेगा, कोई डैम बनेगा, कोई फ्लाईओवर बनेगा तो सारे लोगों वास्ते बनेगा। तो ये सारियां चीज़ों के ऊपर सरकार जड़ी है वो खर्चा करती है। दूसरा जिहड़ा सरकार का खर्चा है वो हुंदा है सर्वजनक कल्याण के ऊपर। यानी देखो सरकार जड़ी है ना, आप हमेशा कहते हैं भी सरकार नूं ना एक कल्याणकारी एजेंसी मन्निया जाता है। कल्याणकारी एजेंसी ਦਾ ਕੰਮ ਕੀ ਹੈ? ਜਿੰਨਾ ਕੰਮ ਹੈ ਲੋਕਾਂ ਦੀ ਭਲਾਈ ਕਰਨਾ। ਤਾਂ ਨਾਮ ਤੋਂ ਪੜੋ, ਸਰਵਜਨਕ ਕਲਿਆਣ ਤੇ ਖਰਚਾ। मतलब ਸਰਕਾਰ ਕੀ ਕਰਦੀ ਹੈ? ਲੋਕਾਂ ਦੇ ਕਲਿਆਣ ਲੋਕਾਂ ਦੀ ਭਲਾਈ ਦੇ ਵਾਸਤੇ ਵੀ ਬਹੁਤ ਸਾਰੇ ਖਰਚੇ ਜਿਹੜੇ ਹੈ ਉਹ ਕਰਦੀ ਹੈ। ਦੇਖੋ ਆਮ ਤੌਰ ਤੇ
अगर मैं ज्यादा दूर ना जाऊं, अगर मैं गवर्नमेंट स्कूल की एग्जांपल लेना, तो गवर्नमेंट स्कूल जिहड़ा है वो सरकार ने क्यों खोले हुए ने? लोकां दी भलाई वास्ते खोले हुए ने भी। ਇਹ जे सारे लोग जिन्हां कोल जिहड़े प्राइवेट स्कूल ਦੀਆਂ बड़ियां ਜ਼ਿਆਦਾ फीसां ने वो भरन वास्ते पैसे नहीं हैगे ना, कोई गल नहीं, सरकार बैठी है ਤੁਹਾਡੇ वास्ते, सरकार ਤੁਹਾਨੂੰ पढ़ाएगी, सरकार ਤੁਹਾਨੂੰ बिल्कुल फ्री पढ़ाएगी, कोई पैसे नहीं लेगी, बल्कि नाल दे नाल ਤੁਹਾਨੂੰ सुविधावां भी देवेगी। ਤਾਂ ਕੀ ਹੁੰਦਾ है, देखो 8वीं तक कोई फीस नहीं हैगी, बिल्कुल फ्री सरकार पढ़ाती है, नाल दे नाल मिड डे मील च खाना भी दिंदी है बड़ा वधिया, उस नाल की होएगा ਤੁਹਾਨੂੰ यूनीफॉर्म भी मिलदियां ने, ਤੁਹਾਨੂੰ किताबां भी मिलदियां ने, ठीक है। ये सारे काम जिहड़े ने वो सरकार क्यों कर रही है? ਤੁਹਾਡੀ भलाई वास्ते कर रही है। ਤਾਂ ਸਰਵਜਨਕ कल्याण ਦੇ ਵਿੱਚ ਜਿਹੜਾ ਪਹਿਲਾ ਕੰਮ ਆਂਦਾ ਹੈ ਸਰਕਾਰ ਦਾ, ਉਹ ਕੀ ਹੁੰਦਾ ਹੈ? ਸਿੱਖਿਆ ਦੇ ਉੱਪਰ ਸਰਕਾਰ ਖਰਚਾ ਕਰਦੀ ਹੈ। ਫਿਰ ਦੇਖੋ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਸਰਕਾਰ ਨੇ ਕੀ ਕੀਤਾ ਹੋਇਆ ਹੈ? ਸਰਕਾਰੀ ਹਸਪਤਾਲ ਖੋਲੇ ਹੋਏ ਨੇ ਤਾਂ ਕਿ ਇਹ ਜੇ ਸਾਰੇ ਲੋਕ ਜਿਨ੍ਹਾਂ ਕੋਲ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਦੀਆਂ ਮਹਿੰਗੀਆਂ ਫੀਸਾਂ ਭਰਨ ਵਾਸਤੇ ਡਾਕਟਰਾਂ ਦੀਆਂ ਪੈਸੇ ਨਹੀਂ ਹੈਗੇ, ਬਿਲਕੁਲ ਤੁਸੀਂ ਸਰਕਾਰੀ ਹਸਪਤਾਲ ਦੇ ਵਿੱਚ ਆਓ, ਤੁਹਾਡਾ ਬਿਲਕੁਲ ਵਧੀਆ ਇਲਾਜ ਕੀਤਾ ਜਾਏਗਾ। ਤਾਂ ਇਹ ਵੀ ਸਰਕਾਰ ਕੀ ਕਰ ਰਹੀ ਹੈ? ਖਰਚਾ ਕਰ ਰਹੀ ਹੈ। ਤਾਂ ਸਰਵਜਨਕ ਕਲਿਆਣ ਵਾਸਤੇ ਜਿਹੜਾ ਸਰਕਾਰ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ, ਉਹਨਾਂ ਨੂੰ ਸਿਹਤ ਸੁਵਿਧਾਵਾਂ ਦੇਣ ਵਾਸਤੇ ਜਿਹੜਾ ਉਹ ਖਰਚਾ ਕਰਿਆ ਕਰਦੀ ਹੈ। ਤਾਂ ਸਰਕਾਰ ਦਾ ਖਰਚਾ ਇੱਥੇ ਵੀ ਹੁੰਦਾ ਹੈ। ਤੀਸਰਾ ਜਿਹੜਾ ਖਰਚਾ ਹੈ ਉਹ ਹੁੰਦਾ ਹੈ ਦੇਸ਼ ਦੀ ਸੁਰੱਖਿਆ ਦੇ ਉੱਪਰ ਜਿਹੜਾ ਆਪਾਂ ਖਰਚਾ ਕਰਦੇ ਹਾਂ। देखो ਆਪਾਂ ਨਾ ਇਹ ਨਹੀਂ ਕਹਿ ਸਕਦੇ ਕਿ ਲੋ ਜੀ ਸਰਕਾਰ ਨਾ ਦੇਸ਼ ਦੀ ਸੁਰੱਖਿਆ ਵਾਸਤੇ ਐਵੇਂ ਪੈਸੇ ਲਾਈ ਜਾਂਦੀ ਹੈ, ਐਵੇਂ ਟੈਂਕ ਖਰੀਦ ਰਹੀ ਹੈ, ਐਵੇਂ ਹੈਲੀਕਾਪਟਰ ਖਰੀਦ ਰਹੀ ਹੈ ਜਾਂ ਮਿਜ਼ਾਈਲਾਂ ਬਣਾ ਰਹੀ ਹੈ, ਇਹ ਨਹੀਂ ਹੈਗਾ। ਦੇਖੋ ਹਰੇਕ ਦੇਸ਼ ਜਿਹੜਾ ਨਾ, ਚਾਹੇ ਉਹਨੂੰ ਦੂਜੇ ਦੇਸ਼ਾਂ ਤੋਂ ਖਤਰਾ ਹੋਵੇ ਤੇ ਭਾਵੇਂ ਨਾ ਹੋਵੇ, ਠੀਕ ਹੈ, ਹਰੇਕ ਦੇਸ਼ ਨੂੰ ਆਪਦੀ ਸੁਰੱਖਿਆ ਵਾਸਤੇ ਤਿਆਰ ਰਹਿਣਾ ਪੈਂਦਾ ਵੀ ਕੱਲ ਨੂੰ ਕੀ ਪਤਾ ਕਿਹੜੇ ਦੇਸ਼ ਦਾ ਵੀ ਸਾਡੇ ਤੇ ਹਮਲਾ ਹੀ ਕਰ ਦੇਵੇ, ਕੋਈ ਪਤਾ ਥੋੜੀ ਲੱਗਦਾ। ਤਾਂ देश ਨੂੰ ਆਪਦੀ ਸੁਰੱਖਿਆ ਵਾਸਤੇ ਬਹੁਤ ਜ਼ਿਆਦਾ ਖਰਚਾ ਜਿਹੜਾ ਹੈ ਉਹ ਕਰਨਾ ਪੈਂਦਾ ਹੈ। ਉਹਦੇ ਵਾਸਤੇ ਆਪਾਂ ਆਪਦੀ ਆਰਮੀ ਦੇ ਉੱਪਰ ਖਰਚਾ ਕਰਦੇ ਹਾਂ, ਆਪਣੀ BSF ਦੇ ਉੱਪਰ ਖਰਚਾ ਕਰਦੇ ਹਾਂ, ਨੇਵੀ ਦੇ ਉੱਪਰ ਖਰਚਾ ਕਰਦੇ ਹਾਂ, 에ਅਰ ਫੋਰਸ ਦੇ ਉੱਪਰ ਖਰਚਾ ਕਰਦੇ ਹਾਂ, ਠੀਕ ਹੈ। ਉਹਨਾਂ ਵਾਸਤੇ ਆਪਾਂ ਹਵਾਈ ਜਹਾਜ਼, ਹੈਲੀਕਾਪਟਰ, ਬੰਦੂਕਾਂ, ਗੋਲਾ ਬਾਰੂਦ, ਟੈਂਕ, ਮਿਜ਼ਾਈਲਾਂ, ਇਹ ਸਾਰੀਆਂ ਆਪਾਂ ਖਰੀਦਦੇ ਹਾਂ, ਬਣਾਉਂਦੇ ਵੀ ਹਾਂ, ਇਹਨਾਂ ਉੱਪਰ ਸਰਕਾਰ ਦਾ ਖਰਚਾ ਹੁੰਦਾ ਨਾ। ਤਾਂ ਇਹ ਵੀ ਕੀ ਹੈ? ਇਹ ਸਰਕਾਰ ਦੇ ਖਰਚੇ ਦੀ ਇੱਕ ਮੱਦ ਜਿਹੜੀ ਹੈ ਉਹ ਹੋ ਜਾਂਦੀ ਹੈ। ਫਿਰ ਕੀ ਹੁੰਦਾ ਹੈ? ਸਰਕਾਰ ਨਾ ਲੋਕਾਂ ਨੂੰ ਸਬਸਿਡੀ ਦੇਣ ਤੇ ਨਾਲ ਦੇ ਨਾਲ ਜਿਹੜੇ ਸਰਕਾਰ ਲੋਕਾਂ ਨੂੰ ਹਸਤਾਂਤਰਣ ਭੁਗਤਾਨ ਕਰਦੀ ਹੈ ਉਹਦੇ ਉੱਪਰ ਸਰਕਾਰ ਬਹੁਤ ਖਰਚਾ ਕਰਦੀ ਹੈ। ਦੇਖੋ ਸਰਕਾਰ ਨਾ ਆਪਾਂ ਨੂੰ ਬੜੀਆਂ ਸਾਰੀਆਂ ਜਿਹੜੀਆਂ ਨੇ ਉਹ ਸਬਸਿਡੀਆਂ ਦਿੰਦੀ ਹੈ। ਜਿਵੇਂ ਹੁਣ ਅਗਰ ਆਪਾਂ ਸਿੰਪਲ ਜੀ ਗੱਲ ਕਰੀਏ, ਆਪਾਂ ਗੈਸ ਸਿਲੰਡਰ ਦੀ ਗੱਲ ਕਰੀਏ ਤਾਂ ਕੀ ਹੁੰਦਾ ਹੈ? ਗੈਸ ਸਿਲੰਡਰ ਜਿਹੜਾ ਹੈ ਵੈਸੇ ਅਗਰ ਆਪਾਂ ਗੱਲ ਕਰੀਏ ਨਾ ਤਾਂ ਕਾਫੀ ਮਹਿੰਗਾ ਹੈ, 800-900 ਰੁਪਏ ਦਾ ਆਉਂਦਾ ਹੈ। ਸਰਕਾਰ ਆਪਾਂ ਨੂੰ ਕੀ ਕਰਦੀ ਹੈ? ਉਹ ਕਹਿੰਦੀ ਇੱਕ ਵਾਰੀ ਤੁਸੀਂ 800-900 ਦੇ ਦਿਓ, ਬਚ ਕੀ ਹੁੰਦਾ ਹੈ? ਆਪਣੇ ਬੈਂਕ ਅਕਾਊਂਟ 'ਚ ਨਾ ਕੁਝ ਪੈਸੇ ਵਾਪਸ ਆ ਜਾਂਦੇ ਨੇ। ਉਹ ਕੀ ਹੈ? ਉਹ ਸਰਕਾਰ ਆਪਾਂ ਨੂੰ ਸਬਸਿਡੀ ਦੇ ਰਹੀ ਹੈ, ਠੀਕ ਹੈ। ਉਹਦੇ ਤੇ ਸਰਕਾਰ ਦਾ ਖਰਚਾ ਹੁੰਦਾ ਹੈ। ਸਰਕਾਰ ਬੜੀਆਂ ਸਾਰੀਆਂ ਸਕੀਮਾਂ ਚਲਾਉਂਦੀ ਹੈ, ਜਿਵੇਂ ਉਜਵਲਾ ਯੋਜਨਾ ਸਰਕਾਰ ਨੇ ਚਲਾਈ ਹੈ। ਜਿਹੜੇ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕ ਨੇ ਹਨਾ, ਉਹਨਾਂ ਨੂੰ ਫ੍ਰੀ ਜਿਹੜਾ ਗੈਸ ਸਿਲੰਡਰ, ਗੈਸ ਚੁੱਲ੍ਹੇ ਦਿੱਤੇ ਗਏ ਨੇ। ਉਸ ਤੋਂ ਇਲਾਵਾ ਹਸਤਾਂਤਰਣ ਭੁਗਤਾਨ ਕਿਹੜੇ ਹੁੰਦੇ ਨੇ? ਯਾਦ ਕਰੋ ਆਪਾਂ ਕੀਤਾ ਸੀ ਜਦੋਂ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਕੀਤਾ ਸੀ, ਉਹਦੇ ਆਪਾਂ ਕੀਤਾ ਸੀ ਕਿ ਸਰਕਾਰ ਨਾਲ ਹਸਤਾਂਤਰਣ ਯਾਨੀ ਕਿ ਇੱਕ ਪੱਖੀ ਭੁਗਤਾਨ ਜਿਹੜਾ ਹੈ ਉਹ ਕਰਦੀ ਹੈ। ਇੱਕ ਪੱਖੀ ਮਤਲਬ ਸਰਕਾਰ ਉਹ ਪੈਸਾ ਦੇ ਰਹੀ ਹੈ ਪਰ ਉਹਦੇ ਬਦਲੇ ਸਰਕਾਰ ਨੂੰ ਕੁਝ ਨਹੀਂ ਮਿਲਦਾ। ਜਿਵੇਂ ਸਰਕਾਰ ਜਿਹੜੀ ਹੈ ਉਹ ਬੁਢਾਪਾ ਪੈਨਸ਼ਨ ਦਿੰਦੀ ਹੈ, ਬੇਰੁਜ਼ਗਾਰ ਲੋਕਾਂ ਨੂੰ ਭੱਤੇ ਦਿੰਦੀ ਹੈ, ਤੁਸੀਂ ਸਟੂਡੈਂਟ ਹੋ ਤੁਹਾਨੂੰ ਵਜ਼ੀਫੇ ਦਿੰਦੀ ਹੈ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਦੇ ਉੱਪਰ ਜਿਹੜਾ ਹੈ ਉਹ ਸਰਕਾਰ ਦਾ ਖਰਚਾ ਜਿਹੜਾ ਹੈ ਉਹ ਹੁੰਦਾ ਹੈ, ਠੀਕ ਹੈ। ਤਾਂ ਜਿਹੜਾ ਸਰਕਾਰ ਦਾ ਖਰਚਾ ਹੈ ਨਾ ਉਹ ਮੇਨ ਕਿੰਨੀ ਤਰ੍ਹਾਂ ਦਾ ਹੁੰਦਾ ਹੈ? 4 ਤਰ੍ਹਾਂ ਦਾ ਸਰਕਾਰ ਦਾ ਖਰਚਾ ਹੁੰਦਾ ਹੈ। ਇੱਕ ਸਰਵਜਨਕ ਕੰਮਾਂ ਤੇ, ਨੰਬਰ 2 ਸਰਵਜਨਕ ਕਲਿਆਣ ਤੇ ਯਾਨੀ ਕਿ ਲੋਕਾਂ ਦੀ ਭਲਾਈ ਦੇ ਉੱਪਰ, ਨੰਬਰ 3 ਦੇਸ਼ ਦੀ ਸੁਰੱਖਿਆ ਦੇ ਉੱਪਰ ਤੇ ਨੰਬਰ 4 ਲੋਕਾਂ ਨੂੰ ਸਬਸਿਡੀ ਤੇ ਇੱਕ ਪੱਖੀ ਭੁਗਤਾਨ ਜਿਹੜਾ ਹੈ ਉਹ ਕਰਨ ਦੇ ਵਿੱਚ। ਇਹ ਸਰਕਾਰ ਦੇ ਖਰਚੇ, ਠੀਕ ਹੈ। ਆਪਾਂ ਅਗਰ ਇਸ ਤਰ੍ਹਾਂ ਨਹੀਂ ਦੇਖਣਾ ਤਾਂ ਆਪਾਂ ਸਰਕਾਰ ਦੇ ਖਰਚੇ ਜਿਹੜੇ ਨੇ ਨਾ ਆਪਾਂ ਨੂੰ ਇੱਕ ਹੋਰ ਤਰੀਕੇ ਨਾਲ ਵੀ ਦੇਖ ਸਕਦੇ ਹਾਂ। ਇੱਕ ਹੁੰਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਸਰਕਾਰ ਦੇ ਵਿਕਾਸ ਖਰਚੇ, ਜਾਂ ਆਪਾਂ ਦੂਜਾ ਕਹਿ ਸਕਦੇ ਹਾਂ ਸਰਕਾਰ ਦੇ ਗੈਰ ਵਿਕਾਸ ਖਰਚੇ, ਠੀਕ ਹੈ। ਤਾਂ ਵਿਕਾਸ ਖਰਚੇ ਤੇ ਗੈਰ ਵਿਕਾਸ ਖਰਚੇ ਇਹ ਕਿਹੜੇ ਹੋਣਗੇ? ਨਾਮ ਤੋਂ ਕਲੀਅਰ ਹੈ ਵੀ ਸਰਕਾਰ ਦੁਆਰਾ ਕੀਤੇ ਜਾਣ ਵਾਲੇ ਉਹ ਖਰਚੇ ਜਿਨ੍ਹਾਂ ਦਾ ਆਪਣੇ ਦੇਸ਼ ਦੇ ਵਿਕਾਸ ਤੇ ਚੰਗਾ ਪ੍ਰਭਾਵ ਪੈਂਦਾ ਹੈ। मतलब सरकार खर्चा करेगी, ਉਹਨਾਂ ਨਾਲ ਕੀ ਹੋਏਗਾ? ਆਪਣੇ ਦੇਸ਼ ਦਾ ਵਿਕਾਸ ਹੋਏਗਾ। ਜਿਵੇਂ
सोचो सरकार कहती है ਅਸੀਂ ਸਿੱਖਿਆ ਤੇ ਖਰਚਾ ਕਰ ਰਹੇ ਹਾਂ ਤਾਂ ਲੋਕੀ ਪੜ੍ਹਨ ਲਿਖਣਗੇ ਚੰਗੇ ਕੰਮ ਕਰਨਗੇ ਅੱਗੇ ਵਧਣਗੇ ਜ਼ਿੰਦਗੀ ਦੇ ਵਿੱਚ ਕੀ ਹੋਏਗਾ ਵਿਕਾਸ ਖਰਚਾ ਹੈ सरकार सेहत सुविधावां ते खर्चा करती है लोग सेहतमंद रहणगे वधिया काम करनगे वधिया आमदन लैणगे की होएगा जिंदगी च अगे बढ़णगे विकास खर्चे ने या सरकार सड़कां बना रही है सरकार पुल बना रही है डैम बना रही है ये की है सरकार दे विकास खर्चे ने मतलब सरकार द्वारा कीते जाने वाले वो खर्चे जेड़े अपने देश दी जेड़ी विकास प्रक्रिया है उन्हों अगे दे वल लेके जांदे ने उन्हों आपां सरकार दे विकास खर्चे जिहड़े है वो कहने आ दूजा देखो गैर विकास खर्चे मतलब सरकार ਨੂੰ ਖਰਚਾ ਤਾਂ ਕਰਨਾ ਪੈਂਦਾ ਹੈ ਕਿਉਂਕਿ ਹੈਗੇ ਤਾਂ ਖਰਚੇ ਨੇ ਪਰ ਇਹਨਾਂ ਨਾਲ ਆਪਣੇ ਦੇਸ਼ ਦੇ ਵਿਕਾਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮਤਲਬ ਇਹਨਾਂ ਨਾਲ ਆਪਣੇ ਦੇਸ਼ ਦਾ ਵਿਕਾਸ ਨਹੀਂ ਹੁੰਦਾ ਜਿਵੇਂ ਆਪਾਂ ਕੀਤਾ ਸੀ ਵੀ ਸਰਕਾਰ ਕੀ ਕਰਦੀ ਹੈ ਦੇਸ਼ ਦੀ ਸੁਰੱਖਿਆ ਤੇ ਖਰਚਾ ਕਰਦੀ ਹੈ ਹੁਣ ਸੋਚੋ ਟੈਂਕ ਬਣ ਰਹੇ ਨੇ ਠੀਕ ਹੈ ਮਿਸਾਈਲਾਂ ਬਣ ਰਹੀਆਂ ਨੇ ਆਪਾਂ ਪੁਲਿਸ ਤੇ ਖਰਚਾ ਕਰਦੇ ਪਏ ਆ सोचो ਇਹਦਾ ਆਪਣੇ ਵਿਕਾਸ ਨਾਲ ਕੀ ਲੈਣਾ ਦੇਣਾ ਕੋਈ ਲੈਣਾ ਦੇਣਾ ਨਹੀਂ सोचो अपन पुलिस की की लोड़ है अगर लोग चोरी करना डाके मारना कत्ल करना छड़ दे तो पुलिस की लोड़ की यानी पुलिस का अपने देश के विकास के नाल कोई लेना देना नहीं हैगा तो की होंगे गैर विकास खर्चे ने या जो आप अपने देश की सुरक्षा के खर्चा करते हैं गैर विकास खर्चे ने ता सरकार के खर्चे आप इस तरह भी देख सकते हैं एक और तरीका है सरकार के खर्चे वेखण दा एक ਹੁੰਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਸਰਕਾਰ ਦੇ ਯੋਜਨਾ ਖਰਚੇ ਇੱਕ ਹੁੰਦੇ ਨੇ ਸਰਕਾਰ ਦੇ ਗੈਰ ਯੋਜਨਾ ਖਰਚੇ ਨਾਮ ਤੋਂ ਪਕੜ ਲਓ ਹਰ ਇੱਕ ਚੀਜ਼ ਨੂੰ ਪੁੱਤਰ ਉਹਦੇ ਨਾਮ ਤੋਂ ਸਮਝਣਾ ਜਿਹੜਾ ਹੈ ਉਹ ਸ਼ੁਰੂ ਕਰ ਦਿਓ ਮੈਂ ਇੰਨੇ ਲੈਕਚਰਸ ਤੋਂ ਇਹੀ ਚੀਜ਼ ਸਮਝਾ ਰਿਹਾ ਦੇਖੋ ਹਰ ਇੱਕ ਚੀਜ਼ ਨੂੰ ਨਾਮ ਤੋਂ ਪਕੜਿਆ ਕਰੋ ਯੋਜਨਾ ਖਰਚੇ ਇਹ ਜੇ ਸਾਰੇ ਖਰਚੇ ਸਰਕਾਰ ਦੇ ਜਿਨ੍ਹਾਂ ਦੀ ਯੋਜਨਾ ਪਹਿਲਾਂ ਤੋਂ ਬਣਾਈ ਹੋਈ ਹੈ मतलब जिन्ना दा पता है भी हां आ वाले खर्चे ਅਸੀਂ करने गैर योजना खर्चे ऐसे खर्चे जिन्ना दी पहला तो योजना नहीं बनाई हुई मतलब ऐसे खर्चे जिन्ना दा पहला तो पता ही नहीं भी करने है कि नहीं करने मतलब ऐसे खर्चे ਜਿਹੜੇ अचानक करने पै ਜਾਂਦੇ ਨੇ जिन्ना दी पहला तो प्लानिंग नहीं ਕੀਤੀ गई ਹੁੰਦੀ ਉਹਨਾਂ ਆਪਾਂ ਕੀ ਕਹਿੰਦੇ ਆ गैर योजना खर्चे ਕਹਿੰਦੇ ਆ ਜੇ ਮੰਨ ਲਓ ਆਪਾਂ ਕਹੀਏ ਫਸਲਾਂ ਦੇ ਉੱਪਰ ਮੰਨ ਲਓ ਟਿੱਡੀ ਦਲ ਨੇ ਹਮਲਾ ਕਰਤਾ फसलां खराब हो गई सरकार को की करना पड़ेगा जेडे किसान ने उन्हें मुआवजा देना पड़ेगा उन सरकार को पता थोड़ी सी पहला भी हमें कोई टिड्डी दल हमला करेगा फसलां खराब हो जाएंगियां फिर सानू मुआवजे देने पैणगे पता थोड़ी होता है ना गैर योजना खर्चे ने हड़ आ गई पता थोड़ी है कि हड़ आ जाना है या सूखा पै गया पता थोड़ी है कि सूखा पै जाना है ता अचानक जेडे खर्चे करने पैंदे ने उन्होंने आपां गैर योजना खर्चे जेडे है वो कहते हैं तो सरकार जेड़ा है वो बड़े तरीके नाल जेड़ा है अपना खर्चा करदी है ਹੁਣ ਆਪਾਂ ਕੀ ਕਰਦੇ ਆ ਆਪਾਂ ਕਿਹਾ ਵੀ ਆਪਾਂ ਕੀ ਕਰਨਾ ਹੈ ਆਪਾਂ ਨਾ ਇਹ ਜਿਹੜੇ ਖਰਚੇ ਨੇ ਇਹਨਾਂ ਨੂੰ ਚੇਂਜ ਕਰਕੇ ਤੇ ਜਿਹੜੀ ਆਪਣੀ ਆਮਦਨ ਹੈ ਸਰਕਾਰ ਦੀ ਉਹਨੂੰ ਚੇਂਜ ਕਰਕੇ ਸਰਕਾਰ ਕੀ ਕਰੇਗੀ ਘੱਟ ਮੰਗ ਤੇ ਵੱਧ ਮੰਗ ਦੀ ਜਿਹੜੀ ਸਮੱਸਿਆ ਨਾ ਉਹਨੂੰ ਹੱਲ ਕਰੇਗੀ ਉਹਦੇ ਅਸਰ ਆਪਾਂ ਕੀ ਕਰਦੇ ਆ ਸਿੰਪਲ ਇੱਧਰ ਲਿਖ ਲੈਂਦੇ ਆ ਸਰਕਾਰ ਦੀ ਆਮਦਨ ਤੇ ਇੱਧਰ ਲਿਖ ਲੈਂਦੇ ਆ ਸਰਕਾਰ ਦਾ ਖਰਚਾ ਹੁਣ ਆਪਾਂ ਆਮਦਨ ਤਿੰਨ ਤਰੀਕੇ ਨਾਲ ਲਿਖੀ ਸਰਕਾਰ ਦੀ ਪਹਿਲਾ टैक्स दूजा की हो गया सार्वजनिक कर्जे जेडे सरकार लेंदी है ठीक है ते तीजा अपन लिखा घाटे दी वित्त व्यवस्था ये तीन तरीके नाल की हुंदा है सरकार नु आमदन हुंदी है इधर अपन की कीता सरकार दे खर्चे लिख ले ता खर्चे कितनी तरह दे चार तरह दे पहले खर्चे जेडे ने ओ की होए सार्वजनिक कामां ते नंबर 2 की होया सार्वजनिक कल्याण ते तीसरा देश दी सुरक्षा ते खर्चा ते चौथा जड़ा है वो हो गया अपना जिहड़ी भी अपनी सरकार आपां नूं सब्सिडी देती है या जिहड़ी सरकार आपां नूं हस्तांतरण भुगतान करती है ये जिहड़े ने ये हो गए अपने खर्चे ठीक हो गया आओगे सरकार दी आमदन आओगे सरकार दा खर्चा हुन की होवे हुन आपां इन्हां दोनों ਨੂੰ चेंज करके आपां की करना है दो समस्यावां हल करनियां ने एक आपां घट मंग दी समस्या हल करनी है ते नाल दे नाल आपां की करना है वध मंग दी समस्या जिहड़ी है वो हल करनी है किवें होएगी देखो जदों तक मंग घट है हुन समझो कि मंग घट है मतलब लोग मंग नहीं करते क्यों नहीं करते क्योंकि लोगों को पैसा नहीं है जे लोगों को पैसा हुंदा तो लोग मंग करते घट मंग है
मतलब ਆਪਾਂ ਚਾਹੁੰਦੇ ਆ ਕਿ ਲੋਕੀ ਮੰਗ ਕਰਨ, ਆਪਾਂ ਮੰਗ ਨੂੰ ਵਧਾਉਣਾ ਚਾਹੁੰਦੇ ਆ, ਆਪਾਂ ਚਾਹੁੰਦੇ ਆ ਕਿ ਲੋਕੀ ਮੰਗ ਜ਼ਿਆਦਾ ਕਰਨ। ਜੇ ਜ਼ਿਆਦਾ ਮੰਗ ਕਰਾਣੀ ਹੈ ਇਹਦਾ ਮਤਲਬ ਇਹ ਹੋਏਗਾ ਕਿ ਸਰਕਾਰ ਨੂੰ ਲੋਕਾਂ ਨੂੰ ਜ਼ਿਆਦਾ ਪੈਸਾ ਦੇਣਾ ਪਏਗਾ। ध्यान ਨਾਲ ਸਮਝੋ ਵੀ ਮੰਗ ਜਿਹੜੀ ਹੈ ਘੱਟ ਹੈ, मतलब जिन्नी मंग ਆਪਾਂ ਨੂੰ ਪੂਰਨ ਰੋਜ਼ਗਾਰ ਵਾਸਤੇ ਚਾਹੀਦੀ ਹੈ ਉਨੀ ਮੰਗ ਨਹੀਂ ਹੈਗੀ, ਮੰਗ ਉਸ ਤੋਂ ਘੱਟ ਹੈ। ਆਪਾਂ ਹੁਣ ਕੀ ਕਰਨਾ ਹੈ, ਸਰਕਾਰ ਦੀ ਆਮਦਨ ਤੇ ਸਰਕਾਰ ਦੇ ਖਰਚੇ ਨੂੰ ਇਸ ਤਰ੍ਹਾਂ ਬਦਲਣਾ ਹੈ ਜਿਹਦੇ ਨਾਲ ਕੀ ਹੋ ਸਕੇ ਜਿਹੜੀ ਆਪਣੀ ਮੰਗ ਘੱਟ ਹੈ ਨਾ ਇਹ ਕੀ ਹੋ ਜਾਵੇ, ਵੱਧ ਜਾਵੇ। ਉਹਦੇ ਵਾਸਤੇ ਕੀ ਕਰਨਾ ਪਏਗਾ, ਹੁਣ ਮੰਗ ਘੱਟ ਹੈ मतलब ਲੋਕੀ ਮੰਗ ਕਰਨ ਨੂੰ ਤਿਆਰ ਨਹੀਂ ਹੈਗੇ, ਆਪਾਂ ਲੋਕਾਂ ਨੂੰ ਮੰਗ ਕਰਵਾਣੀ ਹੈ, मतलब ਆਪਾਂ ਲੋਕਾਂ ਦੇ ਹੱਥੇ ਪੈਸਾ ਦੇਣਾ ਹੈ ਤਾਂ ਕਿ ਲੋਕੀ ਕੀ ਕਰ ਸਕਣ, ਮੰਗ ਕਰ ਸਕਣ। ਇੱਧਰ ਦੇਖੋ ਮੰਗ ਜ਼ਿਆਦਾ, मतलब ਆਪਾਂ ਪੂਰਨ ਰੋਜ਼ਗਾਰ ਦੇ ਪੱਧਰ ਨੂੰ ਕ੍ਰਾਸ ਕਰ ਚੁੱਕੇ ਹਾਂ, ਆਪਣੀ ਅਰਥ ਵਿਵਸਥਾ 'ਚ ਕੀਮਤਾਂ ਵਧੀ ਜਾ ਰਹੀਆਂ ਨੇ ਕਿਉਂਕਿ ਪੂਰਨ ਰੋਜ਼ਗਾਰ ਤੋਂ ਬਾਅਦ ਆਮਦਨ ਉਤਪਾਦਨ ਪੂਰਤੀ ਵਧਣੇ ਕੋ ਨਹੀਂ, ਠੀਕ ਹੈ, ਪਰ ਮੰਗ ਜ਼ਿਆਦਾ ਹੈ। ਹੁਣ ਆਪਾਂ ਚਾਹੁੰਦੇ ਹਾਂ ਕਿ ਆਪਾਂ ਵਾਪਸ ਪੂਰਨ ਰੋਜ਼ਗਾਰ ਤੇ ਆਣਾ ਹੈ, ਯਾਨੀ ਆਪਾਂ ਕੀ ਕਰਨਾ ਹੈ, ਜਿਹੜੀ ਮੰਗ ਜ਼ਿਆਦਾ ਹੈ ਉਹਨੂੰ ਘਟਾਣਾ ਹੈ। मतलब ਆਪਾਂ ਦੇਖ ਰਹੇ ਹਾਂ ਕਿ ਲੋਕੀ ਮੰਗ ਬਹੁਤ ਕਰ ਰਹੇ ਨੇ, मतलब ਲੋਕਾਂ ਕੋਲ ਪੈਸਾ ਬਹੁਤ ਜ਼ਿਆਦਾ ਹੈ ਤੇ ਉਹ ਮੰਗ ਬਹੁਤ ਕਰ ਰਹੇ ਨੇ, ਆਪਾਂ ਉਹਨਾਂ ਦੀ ਮੰਗ ਘਟਾਣੀ ਹੈ, मतलब ਆਪਾਂ ਲੋਕਾਂ ਦੇ ਹੱਥੋਂ ਪੈਸਾ ਖੋਣਾ ਤਾਂ ਕਿ ਆਪਾਂ ਲੋਕਾਂ ਦਾ ਪੈਸਾ ਲੈ ਲਈਏ, ਠੀਕ ਹੈ। ਜੇ ਆਪਾਂ ਲੋਕਾਂ ਕੋਲ ਪੈਸਾ ਲੈ ਲਾਂਗੇ ਤਾਂ ਲੋਕਾਂ ਕੋਲ ਪੈਸਾ ਬਚਣਾ ਹੀ ਨਹੀਂ, ਮੰਗ ਕਿੱਥੋਂ ਕਰਨਗੇ, ਤਾਂ ਮੰਗ ਕੀ ਹੋਏਗਾ, ਆਪਣੇ ਆਪ ਘਟ ਜਾਏਗੀ, ठीक है। तो दो मेन गल्लां याद रखिया जी भी जे तां मंग घट है लोकी मंग कर नहीं रहे, आपां लोकां नूं मंग करवानी है, उहदे वास्ते आपां लोकां नूं पैसा देना है। इधर मंग ज्यादा है यानी लोकी बहुत ज्यादा मंग करते पे ने, उहदे नाल की हो रहा है, कीमतां वध रहीआं ने, आपां लोकां कोल पैसा लेना है ताकि लोकां कोल पैसा ना बचे ते लोकी मंग जिहड़ी है वो घट कर सकण, ठीक हो गया। हुण आपां इन्हां दोवां नूं चेंज करना है, किवें? सब तो पहला आपां गल करने आ घट मंग दी भी जे मंग घट है आपां ते लिख लैंदे आ, आपां दो हिस्से बना लैंदे आ, इत्थे आपां लिख लैंदे आ घट मंग, दूजे पासे आपां लिख लैंदे आ वध मंग। ਤਾਂ ਆਪਾਂ ਹੁਣ ਇਹਨਾਂ ਦੋਵਾਂ ਨੂੰ ਚੇਂਜ ਕਰਾਂਗੇ। ਸਭ ਤੋਂ ਪਹਿਲਾਂ ਦੇਖੋ ਮੰਗ ਹੈਗੀ ਹੈ ਘੱਟ, ਸਭ ਤੋਂ ਪਹਿਲਾਂ ਆਪਾਂ 3 ਤੇ 4 7 ਪੁਆਇੰਟ ਇੱਧਰ ਲਿਖਦੇ ਨੇ ਤੇ 7 ਪੁਆਇੰਟ ਹੀ ਇੱਧਰ ਲਿਖਦੇ ਨੇ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਦੇਖੋ ਟੈਕਸ, ਮੰਗ ਘੱਟ ਹੈ ਲੋਕੀ ਮੰਗ ਨਹੀਂ ਕਰ ਰਹੇ, ठीक है। तो हम सरकार को की करना चाहिए, देखो सत्ता को चेंज करना है वन बाय वन, तो खुद सोचो सरकार की करे, सरकार को की करना चाहिए भी जेडे टैक्स सरकार ला रही है वो टैक्सां दे विच कमी कर देनी चाहिए। हुण जदों तक सरकार टैक्स दे विच कमी करेगी उहदे दो प्रभाव पैणगे। पहला ते पेगा कि मान लो भी आ मार्कर दे उपर मान लो सरकार जिहड़ी है 5 रुपए का टैक्स लाती सी, 20 रुपए का मार्कर 5 रुपए का टैक्स सरकार लैंदी सी आम बंदे कोलों 25 रुपए। सरकार ने की कीता, सरकार लगा 25 रुपए बहुत ज्यादा है, ठीक है, लोग मांग नहीं कर रहे, लोगों को पैसा है नहीं, सरकार ने कहा टैक्स घटा के 1 रुपया करता। मतलब जो पहला की गल करा तो सरकार पहला लोगों कोलों 5 रुपये लै रही सी, हुण सरकार लोगों कोलों 1 रुपया लै रही है, यानी 4 रुपये लोगों को ही बच गए, यानी जेडे 5 रुपये पहला सरकार नूं जा रहे सी हुण सरकार नूं जा रहा है 1 रुपया, 4 रुपये तो लोगों को ही बच गए, लोग की करेंगे वो 4 रुपये की मंग करेंगे, ठीक है। एक तो मंग बढ़ जाएगी, दूजा जो टैक्स घटेगा चीज की हो जानी है सस्ती होएगी तो मंग बढ़ जाएगी। तो सरकार को की करना चाहिए, घट मंग नूं ठीक करने वास्ते करां विच की कर देनी चाहिए, कमी कर देनी चाहिए, टैक्स घटा दे। जे सरकार टैक्स घटाएगी तो उहदे नाल की होएगा, सरकार दी आमदन घट जाएगी पर लोकां दी आमदन बढ़ जाएगी, यानी जेड़ा पैसा पहला टैक्सां दे तौर पे सरकार ले रही सी हुण वही पैसा सरकार ने की कीता, सरकार ने टैक्स घटाते वही पैसा लोकां दा लोकां कोल रह गया, यानी लोकी की करनगे उस पैसे नाल मंग करनगे, की होएगा मंग बढ़ जाएगी। हुण अगर ऐसे ही चीज को मैं इधर यूज करना होए तो इधर की करना चाहिए, हुण इधर मंग ज्यादा है यानी लोग मंग बहुत करते पे, लोगों को पैसा बहुत ज्यादा है, सरकार को की करना चाहिए जेडे कर ने उन्हां विच की कर देना चाहिए, वाधा कर देना चाहिए, ठीक है। यानी हुण सरकार की करे, जेकर ये पहला 20 रुपए का मार्कर सी ते इहदे ते 5 रुपए का टैक्स सी, सरकार लोगों को 5 रुपए ले रही सी, उहदे बावजूद सरकार कहती मंग बहुत है, लोग मंग बहुत करते पे, लोगों को पैसा बहुत है,
सरकार की करे टैक्स 5 रुपए की बजाय 10 रुपए कर देवे। यानी हुन जेड़ा सरकार पहला टैक्स के तौर ते लोकां कोलों 5 रुपए ले रही सी हुन 10 रुपए लगे। हुन की होएगा लोकां दे हत्थों पैसा निकलिया ते सरकार दे हत्थे पैसा आया। हुन जे लोकां दे हत्थों पैसा निकल गया तो लोकां कोल पैसा ही नहीं बचिया, मंग कित्थों करनगे? तां एक तां ये फर्क पएगा कि जदों सरकार टैक्स वधाएगी तां लोकां दे हत्थों पैसा निकल के सरकार दे हत्थां चला जाएगा, लोकां कोल घट पैसा बचेगा, मंग अपने आप घट जाएगी। दूजा, जो सरकार टैक्स बढ़ाएगी की होएगा चीज महंगी हो जानी है, जो महंगी हो जाएगी लोग वैसे ही घट खरीदेंगे, की होएगा जेडी वध मंग है वो की हो जाएगा घट जाएगी। यानी जदों ता मंग घट है, मैं की कहा सी लोकां नूं पैसा देना है ताकि वो मंग कर सकन, जदों मंग वध है तो लोकां कोल पैसा लेना है ताकि लोकी मंग ना कर सकन। जदों टैक्सां च कमी होएगी सरकार आधी आमदन घटा देगी, लोकां दा पैसा लोकां कोल ही रहन देगी, यानी लोकां नूं पैसा दे रही है। ਇਹਦੇ ਚ ਕੀ ਹੋ ਰਿਹਾ ਹੈ? ਮੰਗ ਜ਼ਿਆਦਾ ਹੈ ਤਾਂ ਸਰਕਾਰ ਕੀ ਕਰ ਰਹੀ ਹੈ? ਟੈਕਸ ਵਧਾ ਰਹੀ ਹੈ, ਯਾਨੀ ਲੋਕਾਂ ਕੋਲ ਪੈਸਾ ਲੈ ਰਹੀ ਹੈ ਤਾकि ਲੋਕਾਂ ਕੋਲ ਪੈਸਾ ਘੱਟ ਬਚੇ ਤੇ ਲੋਕੀ ਮੰਗ ਘੱਟ ਕਰਨ ਤੇ ਵੱਧ ਮੰਗ ਦੀ ਸਮੱਸਿਆ ਜਿਹੜੀ ਹੈ ਉਹ ਹੱਲ ਹੋ ਜਾਏ। दूसरा पॉइंट अगर आप करिए आप सारे एक एक पॉइंट करांगे, ठीक है। हुन इथे देखो इथे है सर्वजनक कर्जे। हुन सरकार की कर रही सी लोकां कोलों ना कर्जा ले रही सी, ठीक है, ताकि आदियां जरूरतां नूं पूरा कर सके। सरकार ने देखा कि मंग होगी घट, यानी सरकार नूं की करना चाहिए सी पहला सरकार ने लोकां कोल कर्जे ले आदियां जरूरतां पूरीआं कीतीआं, उहदे नाल की होया भी लोकां कोल पैसा घट गया। पहला पैसा सी लोकां कोल वो तो सरकार लेगी कर्जे के तौर पे, सरकार ने कहा सानू कर्जा दे दो, लोकां ने पैसा सरकार को कर्जे के तौर पे देता, लोकां कोल पैसा बचिया कोनी, मंग घट गई, समस्या आ गई। हुण सरकार नूं की करना चाहिए? पहली गल तां सरकार नूं सर्वजनक कर्जियां दे विच कमी कर देनी चाहिए, मतलब सरकार नूं लोकां कोलों कर्जा नहीं लेना चाहिए, ठीक है। नाल दे नाल जेड़े पहला कर्जे लए होए ने वो वापस कर देने चाहिए। ध्यान ना सोचो, एक तो सरकार नवे कर्जे ना लवे, यानी लोगों को पैसा ना लवे, क्यों ना लवे? क्योंकि देखो मंग पहले ही घट है, जे सरकार ने होर कर्जा ले लिया लोगों को तो पैसे उन्होंने होर घट जाने, मंग होर घट जानी है, ता सरकार को नवे कर्जे नहीं लेने चाहिए। कर्जा की कर देनी चाहिए या तो कमी कर देवे, जे मंग बहुत ही घट है तो बिल्कुल ही बंद कर देवे, कर्जे लोगों को लेने छाड़ देवे। नंबर 2, जेड़े कर्जे पहला लए हुए ने वो की करे वापस कर देवे लोकां नूं, ताकि लोकां कोलों पैसा आ जावे, लोग की कर सकन मंग कर सकन ते घट मंग की समस्या हल हो सके। अगर आप अंदर लिखिए हुण मंग बहुत ज्यादा है तां हुण सरकार नूं की करना चाहिए? सरकार कहंदी है भी लोकां कोल पैसा बहुत है, लोकी मंग बहुत करदे पे ने, जिन्हां नाल की हो गया वध मंग की समस्या आ गई है, तां सरकार नूं सर्वजनक कर्जियां दे विच की कर देना चाहिए? वाधा कर देना चाहिए, मतलब लोकां कोलों कर्जे ज्यादा लेने शुरू कर देने चाहिए ताकि लोकां दा पैसा लोकां दे हत्थों निकल के सरकार दे हाथे च आ जाए, लोकां कोल पैसा नहीं बचेगा, मंग कित्थों करनगे? तां वध मंग अपने आप ही हल हो जानी है। दूजा, जेड़े पहला कर्जे सरकार ने लए हुए ने उन्होंने कहा नहीं हुणे नहीं दिंदे बाद च देंगे, यानी पुराने कर्जियां दी जेड़ी वापसी है वो टाल देनी चाहिए, हुणे नहीं देंगे बाद च देंगे, क्यों? अरे मंग पहले ही ज्यादा, जे तुहानू हुणे कर्जे जेडे तुहाडे कोल लए हुए ने अगर हुणे तुहानू वापस करते तो समान करने शुरू कर दोगे, तो मंग पहले ही ज्यादा है, होर मंग हो जानी है तो पुराने कर्जे वापस नहीं करते। तो एक तरीके ला के भी वध मंग ते घट मंग की समस्या हल हो सकती है। तीसरा देखो, तीसरा है अपने कोल घाटे दी वित्त व्यवस्था। हुण इहदे सरकार की हुंदा है? सरकार नवे नोट छापदी है, केंद्रीय बैंक ने क्या भी नवे नोट छाप, हुण इत्थे मंग घट है, मतलब लोकां कोल पैसा घट है, सरकार नूं की करना चाहिए? घाटे दी वित्त व्यवस्था दे विच वाधा कर देना चाहिए, मतलब नवे नोट ज्यादा छापने चाहिए। हुण जे सरकार या केंद्रीय बैंक नवे नोट ज्यादा छापणगे उन्हें आदे घरे तां नहीं रखने, केंद्रीय बैंक जो अपना रिजर्व बैंक है अगर वो नवे नोट छापेगा तो आधे घरे थोड़ी रखेगा, उन्हें की करना है? उन्हें के बैंकां नूं फड़ा देने, यानी पैसा किंदे कोल आ गया? बैंकां कोल। हुण बैंक ने आधे घरे थोड़ी रखने, बैंक की करेगा? वो कहेगा हुण अपन की करना है, लोकां नूं कर्जे ज्यादा दे देने चाहिए,
ठीक है, तो बैंक की करेंगे लोगों को भी पैसा कर्जे के तौर पे दे देंगे, लोगों को पैसा आ जाएगा, लोग की करेंगे मांग करनी शुरू कर देंगे, घट मांग हल हो जानी। उल्टा अगर मांग पहले ही ज्यादा है तो जे मान लो सोचो भी हुन जी एनु वधाता नोट ज्यादा छापते तो नोट केंद्रीय बैंक तो बैंकां कोल आ जाने ने, बैंकां तो लोकां कोल आ जाने ने, अरे मांग पहले ही बहुत ज्यादा है की होएगा मांग होर बढ़ जानी। यानी इत्थे की करना चाहिए सरकार नू घाटे दी वित्त व्यवस्था विच कमी करनी चाहिए, मतलब नवे नोट जिहड़े ने वो घट छापने चाहिए। ਤਾਂ ਇਹ ਤਿੰਨ ਤਰੀਕੇ ਜਿਹੜੇ ਨੇ ਉਹ ਕਿਨੇ ਉਹ ਆਮਦਨ ਦੇ ਤਰੀਕੇ ਨੇ ਵੀ ਸਰਕਾਰਾਂ ਦੀ ਆਮਦਨ ਬਦਲ ਲਵੇ, ਉਹਦੇ ਨਾਲ ਕੀ ਹੋਏਗਾ ਘੱਟ ਮੰਗ ਤੇ ਵੱਧ ਮੰਗ ਜਿਹੜਾ ਉਹ ਹੱਲ ਹੋ ਜਾਏਗਾ। ਹੁਣ ਆ ਜਾਂਦੇ ਆਪਾਂ ਖਰਚਿਆਂ ਤੇ। ਨੰਬਰ 4 ਹੁਣ ਦੇਖੋ ਮੰਗ ਘੱਟ ਹੈ ਤਾਂ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ, ਜਿਹੜੇ ਸਰਵਜਨਕ ਕੰਮਾਂ ਤੇ ਖਰਚਾ ਹੈ ਉਹ ਕੀ ਹੋਣਾ ਚਾਹੀਦਾ ਹੈ, ਉਹ ਵਧਾਉਣਾ ਚਾਹੀਦਾ ਹੈ। यानी सरकार नू ज्यादा पुल ज्यादा डैम ज्यादा फ्लाईओवर ज्यादा सड़कां ज्यादा बनानी चाहिए। क्यों होएगा जे सरकार ये सारी चीज़ां ज्यादा बनाएगी, हुन सोचो पुल बनाना है, फ्लाईओवर बनाना है, डैम बनाना है, सड़कां बनानियां ने, बाजार तो सीमेंट रेता बजरी तो ठीक है ये सारी चीज़ां दी आपां लोड़ पऊगी। ठीक है फिर आपां नू मजदूरां दी भी लोड़ पेगी, सारे लोकां नू काम मिलेगा। की होएगा जदों सरकार इन्ना सारियां चीज़ां नू बनाएगी तो लोकां दी लोड़ पैनी है, समान दी लोड़ पैनी है, की होएगा मांग वध जाएगी तो अपनी घट मांग दी समस्या हल हो जाएगी। पर जे मांग पहले ज्यादा है फिर सरकार को की करना चाहिए, जेड़े भी सर्वजनक काम ने ठीक है कम्मा ते खर्चा जेड़ा वो की कर देना चाहिए घटा देना चाहिए। यानी सरकार को थोड़े दिनों वास्ते जिन्नी देर तक मतलब हालात कंट्रोल च नहीं आते उन्ने देर तक ना सड़कां पुल डैम फ्लाईओवर इन्हां दे खर्चा थोड़ा घटा देना चाहिए एक बारी। ठीक है भी एक बारी आपां थोड़ा खर्चा घट करते हैं ताकि लोकां नूं पैसा जिहड़ा है वो घट मिले ताकि होवे अपनी समस्या जिहड़ी है इस चीज दी वध मंग दी वो हल हो जाए। फिर देखो हुन अगले पॉइंट च ना थोड़ी जी कंफ्यूजन है, यानी ਇਹਦੇ ਚ ਇਹ ਹੈ ਵੀ ਅਗਰ ਸੋਚੋ ਵੀ ਸਰਕਾਰ ਕੀ ਕਰੇ, ਦੇਖੋ ਇੱਧਰ ਘੱਟ ਮੰਗੇ ਤਾਂ ਕੋਈ ਸਮੱਸਿਆ ਨਹੀਂ ਹੈ ਵੀ ਸਰਵਜਨਕ ਕਲਿਆਣ ਤੇ ਖਰਚਾ ਕੀ ਕਰਨਾ ਚਾਹੀਦਾ ਹੈ ਵਾਧੂ ਕਰਨਾ ਚਾਹੀਦਾ ਹੈ। ठीक है यानी शिक्षा पे सेहत पे खर्चा ज्यादा करे क्यों होगा लोगों को पैसा आएगा तो लोग की मांग करेंगे तो घट मांग की समस्या की हो जाएगी हल हो जाएगी। पर अगर मैं इधर यही चीज लिखता, अगर मैं लिखा भी जेड़े सर्वजनक कल्याण दे कम्मा ते घट खर्चा, अब थोड़ा जरा गड़बड़ हो जाती है। गड़बड़ इस करके होती है भी देखो सरकार जी है वो एक कल्याणकारी संस्था है, अब पहला गल की जिन्ना मेन मकसद जो है वो लोगों की भलाई करना है। हुन जे मान लो सरकार एक कल्याण के कामां ते घट खर्चा करेगी तो फिर उन्हें कल्याणकारी संस्था कौन कहेगा। तो सरकार को की करना चाहिए कि जेड़े तां बहुत जरूरी कल्याण के काम ने उन्हां दे खर्चा उवें ही रखना चाहिए, वो घटा नहीं सकती सरकार। मतलब सरकार कहती जिन्नी मर्जी महंगाई है जे ਅਸੀਂ ਲੋਕਾਂ ਨੂੰ ਜਿਹੜੀ ਐਜੂਕੇਸ਼ਨ ਦੇਣੀ ਹੈ ਤਾਂ ਦੇਣੀ ਹੈ, ਜੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣੀਆਂ ਨੇ ਤਾਂ ਦੇਣੀਆਂ ਨੇ, ਪਰ ਜਿਹੜੇ ਨਵੇਂ ਕੰਮ ਸਰਕਾਰ ਨੇ ਕਰਨੇ ਸੀ ਉਹ ਇੱਕ ਵਾਰੀ ਰੁਕ ਜਾਵੇ। मतलब ਜਿਹੜੇ ਨਵੇਂ ਸਕੂਲ ਖੋਲਨੇ ਸੀ ਜਾਂ ਨਵੇਂ ਹਸਪਤਾਲ ਖੋਲਨੇ ਸੀ ਥੋੜੇ ਦਿਨ ਵਾਸਤੇ ਜਿੰਨੀ ਦੇਰ ਤੱਕ ਆਪਾਂ ਵੱਧ ਮੰਗ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਲੈਂਦੇ ਉਨੀ ਦੇਰ ਤੱਕ ਕੀ ਕਰਨਾ ਚਾਹੀਦਾ ਹੈ ਇਹ ਨਵੇਂ ਕੰਮਾਂ ਨੂੰ ਟਾਲ ਦੇਣਾ ਚਾਹੀਦਾ ਹੈ ਤਾਂ ਕਿ ਆਪਾਂ ਵੱਧ ਮੰਗ ਦੀ ਸਮੱਸਿਆ हल कर सके। फिर देश की सुरक्षा ऐसे की करना चाहिए, खर्चा की करना चाहिए देश की सुरक्षा ते ता सुरक्षा ते खर्चा की होवे वध करना चाहिए। ठीक है वध खर्चा करने वाले की होएगा ज्यादा चीजें खरीदांगे उनने की होएगा लोगों को पैसा आएगा लोग की मांग करेंगे। इधर की करना चाहिए जेड़ा सुरक्षा ते खर्चा जेड़ा है उन्होंने की करना चाहिए घट करना चाहिए। पर ऐसे फिर वही प्रॉब्लम है भी जे सरकार मान लो सुरक्षा ते खर्चा घट करती है मतलब नवे टैंक नवे जेडे मिसाइल या नवे असला बारूद ये सारी चीजें घट खरीदती है तो कोई विदेशी अपने हमला कर सकता है। मतलब जो मैं कह रहा भी घट करना है इतना मतलब ये नहीं हैगा भी खर्चा बहुत ही घटा देना है, मतलब जितनी लोड़ है वो तो करना ही करना है। पर जेड़ा ਆਪਾਂ एक्स्ट्रा सोचा होया सी भी लो भी ਅਸੀਂ ਇੰਨਾ ਜ਼ਿਆਦਾ ਕਰਾਂਗੇ ਉਹ ਜਿਹੜਾ ਜ਼ਿਆਦਾ ਵਾਲਾ ਖਰਚਾ ਹੈ ਨਾ ਉਹਨੂੰ ਕੀ ਕਰਨਾ ਚਾਹੀਦਾ ਥੋੜੇ ਦਿਨ ਵਾਸਤੇ ਟਾਲ ਦੇਣਾ ਚਾਹੀਦਾ ਤਾਂ ਕਿ
खर्चा घट जाए ताकि हो सके सरकार जिहड़ी है वो थोड़े दिन बाद जिहड़ा है वध मंग की समस्या जो हल हो जाएगी ना उस तो बाद जाके आपां नूं ठीक कर लांगे। फिर जिहड़ा अगला खर्चा है हस्तांतरण, ये भी की करना चाहिए, ये हस्तांतरण ते खर्चा की कर देना चाहिए, इधर वध करना चाहिए। लोगों को ज्यादा सब्सिडियां दियो, ज्यादा उन्होंने जो है वजीफे दियो, बेरोजगारी भत्ते दियो, ताकि देखो बंदा बेरोजगार है, उनको पैसे नहीं है, मांग नहीं कर सकता। सरकार ने की चक के बेरोजगारी भत्ता देता, बिलाए 2000 रुपया 3000 रुपया 5000 रुपया पकड़ पैसे आ गए, की करेगा मांग करेगा ना, तो क्या होगा जी घट मांग की समस्या है वो की हो जाएगा हल हो जाएगी। इधर की करना चाहिए, मांग पहले बहुत है, इधर की होना चाहिए जेड़ा सरकार दा हस्तांतरण खर्चा है उन्होंने भी करना चाहिए ते थोड़ी जी रोक लगानी चाहिए है। रोक लगानी चाहिए मतलब जरूरत तो ज्यादा हस्तांतरण जो है वो नहीं करना चाहिए, क्योंकि ये वो पैसे ने ये वो खर्चा है जेड़ा सरकार कर दीता है पर बदले च कुछ मिलता नहीं। हम सोचो जे सरकार मान लो कोई फैक्ट्री ते खर्चा करे या कोई मतलब नवी कंपनियां खोले, नवे उद्योग लगावे, सरकार ने खर्चा किया उनके बदले ये जो फैक्ट्रियां ने सरकार को काम करके देनियां, कोई चीज बना के देनियां, की होएगा चीज़ां बाजार च आनगियां ते ਜਿਹੜੀਆਂ ਵਧੀਆ ਹੋਈਆਂ ਕੀਮਤਾਂ ਨੇ ਉਹ ਕੀ ਹੋਏਗਾ ਘਟ ਜਾਣਗੀਆਂ। ਪਰ ਇਹਦਾ ਹਸਤਾंतरण ਨੇ ਇਹਦਾ सरकार ने देने ही देने ने, आना ਦਾ बदले ਚ कुछ है नहीं, यानी ਇਹਦਾ ਕੋਈ फायदा ਤਾਂ सरकार ਨੂੰ होना नहीं। पर सरकार ਨੂੰ ਇਹ ਖਰਚੇ ਜਿਹੜੇ ਨੇ ਉਹ ਕਰਨੇ ਹੀ ਪੈਂਦੇ ਨੇ, ਕਿਉਂ? ਕਿਉਂਕਿ ਸਰਕਾਰ ਜਿਹੜੀ ਹੈ ਉਹ ਲੋਕਾਂ ਦੀ ਭਲਾਈ ਵਾਸਤੇ ਹੈ, ਸਰਕਾਰ ਇਹਨਾਂ ਖਰਚਿਆਂ ਤੋਂ ਬਚ नहीं सकती, ਉਹਨੂੰ ਇਹ ਕਰਨੇ ਹੀ ਪੈਣੇ ਨੇ। ਤਾਂ ਕੀ ਕਰਨਾ ਚਾਹੀਦਾ ਹੈ ਥੋੜੇ ਦਿਨ ਵਾਸਤੇ ਨਾ ਇਹਦੇ ਤੇ ਰੋਕ लगा देनी चाहिए है। रोक लगाने का मतलब क्या है कि जे मान लो सरकार ने सोचा है भी लो जी असि ना जिहड़े बेरोजगार लोग ने उन्हां दा भत्ता मान लो 2000 तो बढ़ा के 3000 करना है, तो थोड़े दिनों वास्ते वो 3000 ना किया जाए, 2000 ही रहन दिता जाए, ताकि जिहड़े लोगों को जिन्ना पैसा है ना उन्ना ही रहे, ज्यादा ना हो जाए। जे ज्यादा हो जाएगा तो की होएगा जिहड़ी मांग पहले ही ज्यादा है वो होर ज्यादा हो जाएगी, अपने ऐसी समस्यावां जिहड़ियां ने वो होर ज्यादा बढ़ जाएंगियां। तो ऐसी अपनी राजकोषी नीति जिहदे विच आपां दो चीज़ां दी गल कीती, सरकार दी आमदन ते सरकार दा खर्चा, यानी सरकार दी आमदन नूं बदल के सरकार अपने खर्चे नूं बदल के की कर सकदी है घट मंग ते वध मंग दी समस्या नूं हल कर सकदी है। ये सारे तरीके आपां नूं किने सिखाए? इकोनॉमिक्स ने सिखाए। नीति किने दित्ती? इकोनॉमिक्स ने दित्ती। मेन मुद्दे दी गल जिहड़ी है वो ये है कि जदों तक मंग घट है, ठीक है, तो सरकार चाहती है कि असली मांग की करनी है ਵਧਾਣੀ है, मतलब लोगों का पैसा लोगों को ही रहन देना है या आधे पल्लों उन्होंने पैसा देना है। उनके ऐसे की करना पड़ेगा, सरकार को अपना खर्चा जो है वो की कर देना चाहिए, बता देना चाहिए कि सरकार खर्चा ज्यादा कर रही है, मतलब सरकार के हाथों पैसा निकल के लोगों तक की हो रहा है जा रहा है, पर नाल दे नाल सरकार को अपनी आमदन जिहड़ी है वो घटा देनी चाहिए है, ताकि लोगों का पैसा सरकार तक ना आवे, लोगों का पैसा लोगों तक ही रहे, जिंदे नाल की हो सके मांग जिहड़ी है वध सके। अगर मांग वध है तो हुण सरकार को की करना चाहिए? सरकार को पहला तो करना चाहिए, हुण देखो मांग ज्यादा है, आपां मांग घटानी है, मतलब लोगों के हाथ में जिहड़ा पैसा है ना वो आपां घटाना है। उनके ऐसे सरकार को की करना चाहिए? सरकार को आधी आमदन बढ़ा देनी चाहिए, मतलब सरकार को की करना चाहिए? लोगों के हाथों पैसा ले लेना चाहिए। लोगों के हाथों पैसा ले लिया, लोगों को पैसा नहीं बचा, की होएगा मांग घट जाएगी। नंबर 2, सरकार को आधा खर्चा घटा देना चाहिए ताकि सरकार का पैसा लोगों तक ना पहुंचे, जिस करके लोगों को पैसा घट होवे, लोग की मांग जिहड़ी है वो घट कर सकन। पर ध्यान रखने वाली गल ये है भी जेकर सरकार अपनी राजकोषी नीति की वरतों करके घट मांग ते वध मांग की समस्या को हल करना चाहती है ना, तो उन्होंने आधी आमदन ते आधा खर्चा दोनों चेंज करने पैणगे। ये नहीं हैगा भी खाली आमदन चेंज कर ली खर्चा चेंज नहीं हुंदा पिया, या खाली खर्चा चेंज कर लिया आमदन चेंज नहीं हुंदी पई, नहीं, क्योंकि आपां राजकोषी नीति विच सरकार की आमदन ते सरकार का खर्चा दोनों को लेके चलते हैं, जिस करके सरकार दोनों को बदले तां ही वध मांग ते घट मांग की समस्या जिहड़ी है वो हल हो सकती है। एक चीज नूं चेंज करन नाल आपां घट मांग ते वध मांग की समस्या जिहड़ी है वो आपां हल नहीं कर सकते। तां ये सी अपना अज दा लेक्चर, उम्मीद है तुहानूं लेक्चर जिहड़ा है वो समझ आया होवेगा। तां तुसीं ये
सारे पॉइंट्स ਜਿਹੜੇ ਨੇ ਇਹਨਾਂ ਦੀ ਜਿਹੜੀ ਐਕਸਪਲੇਨੇਸ਼ਨ ਹੈ ਉਹ ਆਪਣੇ ਮੁਤਾਬਿਕ ਲਿਖ ਸਕਦੇ ਹੋ। ਵੈਸੇ ਜਦੋਂ ਮੈਂ ਬੋਲਿਆ ਤਾਂ ਮੈਂ ਸਾਰੀ ਐਕਸਪਲੇਨੇਸ਼ਨ ਜਿਹੜੀ ਹੈ ਉਹ ਨਾਲ ਨਾਲ ਬੋਲਦਾ ਵੀ ਗਿਆ, ਤਾਂ ਤੁਸੀਂ ਆਪਣੇ ਹਿਸਾਬ ਨਾਲ ਆਪਣੀ ਵਰਡਿੰਗ ਬਣਾ ਕੇ ਇਹਦੇ ਨੋਟਸ ਜਿਹੜੇ ਨੇ ਉਹ प्रिपेयर कर सकते हो। ਤਾਂ ਹੁਣ ਆਪਣੀ ਜਿਹੜੀ ਇਸ ਲੈਕਚਰ 'ਚ ਗੱਲ ਹੋਈ ਉਹ ਹੋਈ ਰਾਜਕੋਸ਼ੀ ਨੀਤੀ ਦੀ ਵਰਤੋਂ ਕਰਕੇ ਘੱਟ ਮੰਗ ਤੇ ਵੱਧ ਮੰਗ ਨੂੰ ਕਿਵੇਂ ਠੀਕ ਕਰਨਾ ਹੈ। ਇਹ ਆਪਣੀ ਪਹਿਲੀ ਨੀਤੀ ਸੀ। ਅਗਲੇ ਲੈਕਚਰ ਦੇ ਵਿੱਚ ਆਪਾਂ ਦੂਸਰੀ ਨੀਤੀ ਦੀ ਗੱਲ ਕਰਾਂਗੇ ਜਿੰਨੀ ਵਰਤੋਂ ਕਰਕੇ ਸਰਕਾਰ ਜਿਹੜੀ ਹੈ ਘੱਟ ਮੰਗ ਤੇ ਵੱਧ ਮੰਗ ਨੂੰ ਠੀਕ ਕਰ ਸਕਦੀ ਹੈ। ਉਹ ਹੈ ਸਰਕਾਰ ਦੀ ਮੌਦਰਿਕ ਨੀਤੀ। ਉਹਦੀ ਵੀ ਆਪਾਂ ਗੱਲ ਕਰਾਂਗੇ ਉਹ ਕੀ ਹੁੰਦੀ ਹੈ ਮੌਦਰਿਕ ਨੀਤੀ। ਜਿਵੇਂ ਇਹਦੇ 'ਚ ਆਪਾਂ ਆਮਦਨ ਖਰਚਾ ਲਿਆ ਸੀ, ਇਹ ਕੀ ਨੇ, ਇਹਨਾਂ ਰਾਜਕੋਸ਼ੀ ਨੀਤੀ ਦੇ ਉਪਕਰਨ ਨੇ। ਉਪਕਰਨ ਮਤਲਬ ਇਨਸਟਰੂਮੈਂਟਸ ਨੇ, ਤਰੀਕੇ ਨੇ, ਮੈਥਡ ਨੇ। ਤਾਂ ਉਵੇਂ ਹੀ ਮੌਦਰਿਕ ਨੀਤੀ ਦੇ ਵੀ ਮੈਥਡਸ ਹੋਣਗੇ। ਉਹ ਕਿਹੜੇ ਕਿਹੜੇ ਹੋਣਗੇ ਪਹਿਲਾਂ ਉਹਨਾਂ ਨੂੰ ਸਮਝਾਂਗੇ। ਜਿਵੇਂ ਪਹਿਲਾਂ ਆਪਾਂ ਆਮਦਨ ਤੇ ਖਰਚੇ ਨੂੰ ਸਮਝਿਆ ਸੀ, ਫਿਰ ਆਪਾਂ ਦੇਖਾਂਗੇ ਵੀ ਉਹਨਾਂ ਸਾਰੇ ਤਰੀਕਿਆਂ ਦੀ ਵਰਤੋਂ ਆਪਾਂ ਘੱਟ ਮੰਗ ਤੇ ਵੱਧ ਮੰਗ ਨੂੰ ਦੂਰ ਕਰਨ ਵਾਸਤੇ ਕਿਵੇਂ ਕਰ ਸਕਦੇ ਹਾਂ। ਇਹ ਸਾਰਾ ਆਪਣਾ ਅਗਲੇ ਲੈਕਚਰ ਦੇ ਵਿੱਚ ਜਿਹੜਾ ਹੈ ਉਹ ਰਹੇਗਾ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ, ਲਾਈਕ ਤੇ ਸ਼ੇਅਰ ਵੀ ਕਰਨਾ ਹੈ ਤੇ ਬੈਲ ਆਈਕਨ ਜ਼ਰੂਰ ਕਲਿੱਕ ਕਰਨਾ ਹੈ। ਥੈਂਕ ਯੂ ਵੈਰੀ ਮਚ।